ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦ ਨਿਰਵੈਰ ਵਿਜ਼ਡਮ ਹੱਬ ਦੇ ਵਿੱਚ। ਤੇ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਅਫਗਾਨਿਸਤਾਨ ਵਿੱਚ ਹੋਏ ਤਖਤਾ ਪਲਟ ਦੇ ਬਾਰੇ। ਦੋਸਤੋ, ਜਦੋਂ ਤੋਂ ਦੁਨੀਆ ਵਿੱਚ ਡੈਮੋਕ੍ਰੇਸੀ ਆਈ ਹੈ, ਅਸੀਂ ਦੇਖ ਸਕਦੇ ਹਾਂ ਕਿ ਪੋਲੀਟੀਕਲ ਸਟੇਬਲਾਈਜੇਸ਼ਨ ਦਾ ਦੌਰ ਅਫਗਾਨਿਸਤਾਨ ਵਿੱਚ ਬਹੁਤ ਹੀ ਘੱਟ ਰਿਹਾ ਹੈ। ਕਹਿੰਦੇ ਨੇ ਕਿ ਜਦੋਂ ਅਲੈਗਜ਼ੈਂਡਰ ਦ ਗ੍ਰੇਟ ਗ੍ਰੀਸ ਤੋਂ ਪਰਸ਼ੀਆ ਨੂੰ ਫਤਿਹ ਕਰਦੇ ਹੋਏ ਭਾਰਤ ਵੱਲ ਆ ਰਹੇ ਸੀ ਤਾਂ ਉਹਨਾਂ ਨੂੰ ਸਭ ਤੋਂ ਜ਼ਿਆਦਾ ਵਕਤ ਅਫਗਾਨਿਸਤਾਨ ਨੂੰ ਫਤਿਹ ਕਰਨ ਵਿੱਚ ਲੱਗਿਆ। ਅਫਗਾਨਿਸਤਾਨ ਤੋਂ ਮਤਲਬ ਹੈ ਅਫਗਾਨ ਦੀ ਧਰਤੀ ਨੂੰ ਫਤਿਹ ਕਰਨ ਵਿੱਚ ਲੱਗਿਆ, ਕਿਉਂਕਿ ਉਦੋਂ ਕੋਈ ਨਾਪੀ ਹੋਈ ਸਰਹੱਦ ਨਹੀਂ ਹੁੰਦੀ ਸੀ। ਦੋਸਤੋ, ਅਫਗਾਨਿਸਤਾਨ ਨੂੰ ਗ੍ਰੇਵਯਾਰਡ ਆਫ ਐਮਪਾਇਰਸ ਵੀ ਕਿਹਾ ਜਾਂਦਾ ਹੈ, ਕਿਉਂਕਿ ਇੱਥੇ ਦੁਨੀਆ ਦੀ ਵੱਡੀਆਂ ਤਾਕਤਾਂ ਵੀ ਆ ਕੇ ਹਾਰ ਜਾਂਦੀਆਂ ਨੇ। ਤੁਸੀਂ ਦੇਖ ਸਕਦੇ ਹੋ ਕਿ ਪਿਛਲੇ 200 ਸਾਲ ਦੇ ਇਤਿਹਾਸ ਵਿੱਚ ਬ੍ਰਿਟੇਨ, ਜ਼ਾਰਿਸਟ ਰਸ਼ੀਆ, ਸੋਵੀਅਤ ਰਸ਼ੀਆ ਤੇ ਹਾਲ ਹੀ ਵਿੱਚ USA ਵੀ ਅਫਗਾਨਿਸਤਾਨ ਨੂੰ ਪੂਰੀ ਤਰ੍ਹਾਂ ਫਤਿਹ ਨਹੀਂ ਕਰ ਪਾਇਆ। ਆਖਿਰ ਵਿੱਚ ਸਾਰਿਆਂ ਨੂੰ ਆਪਣਾ ਨੁਕਸਾਨ ਕਰਾ ਕੇ ਹੀ ਅਫਗਾਨਿਸਤਾਨ ਤੋਂ ਜਾਣਾ ਪੈਂਦਾ ਹੈ। ਸੋ ਦੋਸਤੋ, ਤਾਲਿਬਾਨ ਨੇ ਅਫਗਾਨਿਸਤਾਨ ਨੂੰ ਫਤਿਹ ਕਰ ਲਿਆ ਤੇ ਹੁਣ ਸਰਕਾਰ ਬਣਾਉਣ ਦਾ ਵੀ ਦਾਅਵਾ ਤਾਲਿਬਾਨ ਕਰ ਰਿਹਾ ਹੈ। ਅਮਰੀਕਾ ਦੇ ਰਹਿੰਦਿਆਂ ਤਾਲਿਬਾਨ ਕੇਵਲ ਬਾਰਡਰ ਏਰੀਆਜ਼ ਤੱਕ ਸੀਮਿਤ ਸੀ, ਪਰ ਹੁਣ ਜਦ ਤੋਂ ਉਹਨਾਂ ਨੇ ਆਪਣੀਆਂ ਫੌਜਾਂ ਨੂੰ ਵਾਪਸ ਲਿਜਾਣ ਦਾ ਫੈਸਲਾ ਕੀਤਾ ਅਮਰੀਕਾ ਨੇ, ਤਾਂ ਸਾਰੀ ਤਸਵੀਰ ਹੀ ਬਦਲ ਗਈ। ਅਫਗਾਨਿਸਤਾਨ ਤਾਲਿਬਾਨ ਦੇ ਹੱਥੀਂ ਚੜ੍ਹ ਗਿਆ। ਪੋਲੀਟੀਕਲ ਐਕਸਪਰਟਸ ਦਾ ਕਹਿਣਾ ਹੈ ਕਿ ਤਾਲਿਬਾਨ ਨੂੰ ਘੱਟੋ-ਘੱਟ 5 ਤੋਂ 6 ਮਹੀਨੇ ਲੱਗੂਗੇ ਅਫਗਾਨਿਸਤਾਨ ਨੂੰ ਫਤਿਹ ਕਰਨ ਵਿੱਚ। ਜਦ ਅਮਰੀਕਾ ਨੇ ਆਪਣੀਆਂ ਫੌਜਾਂ ਵਾਪਸ ਬੁਲਾ ਲਈਆਂ ਸੀ ਤਾਂ ਇਹ ਓਪੀਨੀਅਨ ਦਿੱਤਾ ਜਾ ਰਿਹਾ ਸੀ, ਪਰ ਦੋਸਤੋ ਹਕੀਕਤ ਕੁਝ ਹੋਰ ਹੈ। ਹਕੀਕਤ ਇਹ ਹੈ ਕਿ ਅਫਗਾਨਿਸਤਾਨ ਨੂੰ ਕੁਝ ਹਫ਼ਤਿਆਂ ਵਿੱਚ ਹੀ ਤਾਲਿਬਾਨ ਨੇ ਫਤਿਹ ਕਰ ਲਿਆ। ਦੋਸਤੋ, ਅਫਗਾਨਿਸਤਾਨ ਦੀ ਫੌਜ ਤਾਲਿਬਾਨ ਨੂੰ ਰੋਕਣ ਵਿੱਚ ਕਿਵੇਂ ਨਾਕਾਮਯਾਬ ਰਹੀ ਹੈ, ਇਹ ਸਾਰਾ ਸਾਡੇ ਸਾਹਮਣੇ ਹੈ। ਦ ਟ੍ਰਿਬਿਊਨ ਦੇ ਆਰਟੀਕਲ ਵਿੱਚ ਦੱਸਿਆ ਗਿਆ ਹੈ ਕਿ ਅਫਗਾਨਿਸਤਾਨ ਦੀ ਫੌਜ ਦੀ ਸਭ ਤੋਂ ਵੱਡੀ ਕਮੀ ਇਹ ਹੈ ਕਿ ਉਹ ਡਿਸਿਪਲਿਨ ਵਿੱਚ ਲੈਕ ਕਰਦੇ ਨੇ। ਡਿਸਿਪਲਿਨ ਵਿੱਚ ਲੈਕ ਕਰਨਾ ਉਹਨਾਂ ਦੀ ਇੱਕ ਬਹੁਤ ਵੱਡੀ ਕਮੀ ਹੈ। ਅਹਿਮਦ ਸ਼ਾਹ ਅਬਦਾਲੀ ਦੀ ਮੌਤ ਤੋਂ ਬਾਅਦ ਅਫਗਾਨਿਸਤਾਨ ਦੀ ਫੌਜ ਕਦੇ ਵੀ ਇੱਕ ਅਗਾਂਹ-ਵਧੂ ਤਰੀਕੇ ਨਾਲ ਡਿਸਿਪਲਿਨ ਵਿੱਚ ਨਹੀਂ ਆਈ। ਤੇ ਦੂਸਰਾ ਕਾਰਨ ਦੱਸਿਆ ਜਾਂਦਾ ਹੈ ਕਿ ਅਫਗਾਨਿਸਤਾਨ ਦੀ ਫੌਜ ਦੇ ਜਿਹੜੇ ਜਰਨੈਲ ਨੇ ਉਹ ਸਿਰੇ ਦੇ ਕਰਪਟ ਲੋਕ ਨੇ। ਦ ਟ੍ਰਿਬਿਊਨ ਦੇ ਆਰਟੀਕਲ ਵਿੱਚ ਦੱਸਿਆ ਗਿਆ ਹੈ ਕਿ ਅਫਗਾਨਿਸਤਾਨ ਦੀ ਫੌਜ ਵਿੱਚ ਕਰਪਸ਼ਨ ਦਾ ਲੈਵਲ ਬਹੁਤ ਜ਼ਿਆਦਾ ਹੈ, ਜਿਹਦੇ ਕਰਕੇ ਅੱਜ ਉਹਨਾਂ ਨੂੰ ਅਜਿਹੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦੋਸਤੋ, ਪਿਛਲੇ 20 ਸਾਲਾਂ ਤੋਂ ਅਮਰੀਕਾ ਦੀ ਸਪੋਰਟ ਦੇ ਨਾਲ ਅਫਗਾਨਿਸਤਾਨ ਦੀ ਫੌਜ ਆਪਣੇ ਪੈਰਾਂ ਤੇ ਖੜੀ ਰਹੀ, ਕਿਉਂਕਿ ਅਮਰੀਕਾ ਅਫਗਾਨਿਸਤਾਨ ਦੀ ਸਰਕਾਰ ਦੀ ਹਰ ਤਰ੍ਹਾਂ ਦੀ ਜ਼ਰੂਰਤ ਉਹਨਾਂ ਦੀ ਮੰਗ ਦੇ ਅਨੁਸਾਰ ਪੂਰੀ ਕਰਦਾ ਸੀ। ਸੋ 19 ਸਾਲਾਂ ਦੇ ਦੰਗਾ ਫਸਾਦ ਤੋਂ ਬਾਅਦ ਫਾਈਨਲੀ ਅਮਰੀਕਾ ਤੇ ਤਾਲਿਬਾਨ 29 ਫਰਵਰੀ 2020 ਨੂੰ ਇੱਕ ਟੇਬਲ ਤੇ ਬੈਠ ਕੇ ਗੱਲ ਕਰਨ ਨੂੰ ਤਿਆਰ ਹੋਏ ਤੇ ਗੱਲਬਾਤ ਦਾ ਨਤੀਜਾ ਇਹ ਨਿਕਲਿਆ ਕਿ ਐਗਰੀਮੈਂਟ ਪਾਸ ਕੀਤਾ ਗਿਆ ਦੋਨਾਂ ਧਿਰਾਂ ਵੱਲੋਂ, ਜਿਸ ਦੇ ਵਿੱਚ 3 ਸ਼ਰਤਾਂ ਰੱਖੀਆਂ ਗਈਆਂ। ਪਹਿਲੀ ਸ਼ਰਤ ਦੇ ਹਿਸਾਬ ਨਾਲ ਅਮਰੀਕਾ ਆਪਣੀ ਸਾਰੀ ਫੌਜ ਸਮੇਤ ਜਿੰਨੇ ਵੀ ਮਿਲਟਰੀ ਬੇਸਿਸ ਅਮਰੀਕਾ ਦੇ ਅਫਗਾਨਿਸਤਾਨ ਵਿੱਚ ਹੈਗੇ ਨੇ ਉਹਨਾਂ ਨੂੰ ਬੰਦ ਕਰਕੇ ਆਪਣੇ ਮੁਲਕ ਵਾਪਸ ਚਲਿਆ ਜਾਵੇ। ਤੇ ਦੂਸਰੀ ਸ਼ਰਤ ਦੇ ਮੁਤਾਬਿਕ ਤਾਲਿਬਾਨ ਅਲ-ਕਾਇਦਾ ਗਰੁੱਪ ਦੇ ਨਾਲ ਆਪਣੇ ਸਾਰੇ ਰਿਲੇਸ਼ਨਸ ਖਤਮ ਕਰੇ ਤੇ ਜਿੰਨਾ ਵੀ ਏਰੀਆ ਤਾਲਿਬਾਨ ਹਕੂਮਤ ਦੇ ਥੱਲੇ ਆਉਂਦਾ ਹੈ ਉਸ ਏਰੀਆ ਵਿੱਚ ਅਲ-ਕਾਇਦਾ ਗਰੁੱਪ ਦੀ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਨਹੀਂ ਹੋਣੀ ਚਾਹੀਦੀ। ਤੇ ਤੀਸਰੀ ਸ਼ਰਤ ਸੀ ਕਿ ਅਫਗਾਨਿਸਤਾਨ ਦੀ ਸਰਕਾਰ ਦੇ ਨਾਲ ਤਾਲਿਬਾਨ ਗੱਲਬਾਤ ਕਰਨੀ ਸ਼ੁਰੂ ਕਰੇ, ਟੇਬਲ ਟਾਕਸ ਸ਼ੁਰੂ ਕਰੇ। ਇਸ ਐਗਰੀਮੈਂਟ ਦਾ ਨਾਮ ਰੱਖਿਆ ਗਿਆ ਸੀ ਐਗਰੀਮੈਂਟ ਫॉर ਬ੍ਰਿੰਗਿੰਗ ਪੀਸ ਟੂ ਅਫਗਾਨਿਸਤਾਨ। ਸੋ ਦੋਸਤੋ, ਇਸ ਐਗਰੀਮੈਂਟ ਦੇ ਪਹਿਲੇ 2 ਵਾਅਦਿਆਂ ਦੀ ਤਾਂ ਸਾਨੂੰ ਇੰਪਲੀਮੈਂਟੇਸ਼ਨ ਹੁੰਦੀ ਦਿਖਾਈ ਦਿਸਦੀ ਹੈ, ਲੇਕਿਨ ਤੀਸਰਾ ਵਾਅਦਾ ਜ਼ਮੀਨ ਤੇ ਨਹੀਂ ਦਿਸਦਾ। ਇਹ ਐਗਰੀਮੈਂਟ 29 ਫਰਵਰੀ 2020 ਨੂੰ ਹੋਇਆ ਸੀ ਤੇ ਇਸ ਐਗਰੀਮੈਂਟ ਦੇ ਮੁਤਾਬਿਕ ਅਮਰੀਕਾ ਪਹਿਲੇ 135 ਦਿਨਾਂ ਵਿੱਚ ਆਪਣੀ ਫੌਜ ਨੂੰ 8600 ਫੌਜੀਆਂ ਤੱਕ ਸੀਮਿਤ ਕਰੂਗਾ ਤੇ ਆਪਣੇ 5 ਮਿਲਟਰੀ ਬੇਸਿਸ ਨੂੰ ਬੰਦ ਕਰੂਗਾ ਤੇ ਆਉਣ ਵਾਲੇ 9.5 ਮਹੀਨਿਆਂ ਵਿੱਚ ਆਪਣੀ ਸਾਰੀ ਫੌਜ ਦਾ ਵਿਡਰੋਲ ਅਨਾਉਂਸ ਕਰਕੇ ਆਪਣੇ ਸਾਰੇ ਮਿਲਟਰੀ ਬੇਸਿਸ ਨੂੰ ਬੰਦ ਕਰਕੇ ਉਹ ਵਾਪਸ ਆਪਣੇ ਮੁਲਕ ਚਲਿਆ ਜਾਊਗਾ। ਦੋਸਤੋ, ਇਸ ਐਗਰੀਮੈਂਟ ਦੇ ਜਿਹੜੇ 3 ਪੁਆਇੰਟ ਅਸੀਂ ਤੁਹਾਨੂੰ ਗਿਣਾਏ ਸੀਗੇ, ਉਹ ਤਿੰਨੋਂ ਦੀ ਜੇ ਡਿਟੇਲ ਵਿੱਚ ਜਾਈਏ ਤਾਂ ਹੋਰ ਕਈ ਸਾਰੇ ਪੁਆਇੰਟਸ ਆ ਜਾਂਦੇ ਨੇ, ਕਈ ਸ਼ਰਤਾਂ ਆ ਜਾਂਦੀਆਂ ਨੇ, ਕਈ ਕਲੌਜ਼ ਆ ਜਾਂਦੇ ਨੇ। ਦੋਸਤੋ, ਅਮਰੀਕਾ ਤੇ ਇਹ ਵੀ ਹੁਣ ਜ਼ਿੰਮੇਵਾਰੀ ਹੈ ਕਿ ਆਉਣ ਵਾਲੇ ਸਮੇਂ ਵਿੱਚ, ਯਾਨੀ ਕਿ 29 ਫਰਵਰੀ 2020 ਨੂੰ ਜਿਹੜਾ ਐਗਰੀਮੈਂਟ ਹੋਇਆ ਸੀ ਉਸ ਦੇ ਮੁਤਾਬਿਕ ਆਉਣ ਵਾਲੇ ਸਮੇਂ ਵਿੱਚ ਜਿਹੜੇ ਤਾਲਿਬਾਨ ਜਥੇਬੰਦੀ ਦੇ ਕੈਦੀ ਅਮਰੀਕਾ ਕੋਲ ਹੈਗੇ ਨੇ ਉਹਨਾਂ ਦੀ ਰਿਹਾਈ ਬਾਰੇ ਵੀ ਇਸ ਐਗਰੀਮੈਂਟ ਵਿੱਚ ਮੈਂਸ਼ਨ ਕੀਤਾ ਹੋਇਆ ਤੇ ਉਹਨਾਂ ਕੈਦੀਆਂ ਦੀ ਰਿਹਾਈ ਇਸ ਸ਼ਰਤ ਤੇ ਹੋਊਗੀ ਕਿ ਜੇਲ੍ਹ ਤੋਂ ਛੁੱਟਣ ਤੋਂ ਬਾਅਦ ਉਹ ਅਮਰੀਕਾ ਖਿਲਾਫ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਵਿੱਚ ਸ਼ਾਮਿਲ ਨਹੀਂ ਹੋਊਗੇ। ਤੇ ਇਸ ਐਗਰੀਮੈਂਟ ਦਾ ਸਭ ਤੋਂ ਜ਼ਿਆਦਾ ਖਾਸ ਪੁਆਇੰਟ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦ ਅਮਰੀਕਾ ਆਪਣੀ ਪੂਰੀ ਫੌਜ ਦਾ ਵਿਡਰੋਲ ਅਨਾਉਂਸ ਕਰ ਦੇਵੇਗਾ ਤਾਂ ਅਫਗਾਨਿਸਤਾਨ ਨੂੰ ਪੂਰੀ ਪੋਲੀਟੀਕਲ ਇੰਡੀਪੈਂਡੈਂਸ ਦਿੰਦਿਆਂ ਹੋਇਆਂ ਉਹ ਅਫਗਾਨਿਸਤਾਨ ਦੇ ਇੰਟਰਨਲ ਅਫੇਅਰਸ ਵਿੱਚ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਨਹੀਂ ਦੇ ਸਕੇਗਾ, ਯਾਨੀ ਕਿ ਅਫਗਾਨਿਸਤਾਨ ਨੂੰ ਪੂਰੀ ਸਿਆਸੀ ਆਜ਼ਾਦੀ ਮਿਲ ਜੇਗੀ। ਸੋ ਦੋਸਤੋ, ਇਹ ਸਾਰੀਆਂ ਤਾਂ ਸੀਗੀਆਂ ਅਮਰੀਕਾ ਦੀ ਜ਼ਿੰਮੇਵਾਰੀਆਂ
ਤੇ ਜਿਹੜੀਆਂ ਜ਼ਿੰਮੇਵਾਰੀਆਂ ਹੁਣ ਤਾਲਿਬਾਨ ਦੇ ਸਿਰ ਤੇ ਪੈਣਗੀਆਂ, ਕਿਉਂਕਿ ਇਹ ਗੱਲ ਅਮਰੀਕਾ ਪਹਿਲਾਂ ਹੀ ਜਾਣਦਾ ਸੀ ਐਗਰੀਮੈਂਟ ਤੋਂ ਪਹਿਲਾਂ ਕਿ ਜੇ ਅਸੀਂ ਫੌਜ ਦਾ ਵਿਡਰਾਅਲ ਅਨਾਉਂਸ ਕਰਾਂਗੇ ਤਾਂ ਜ਼ਾਹਿਰ ਜੀ ਗੱਲ ਆ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਦੁਬਾਰਾ ਆਪਣੀ ਸਰਕਾਰ ਬਣਾਏਗਾ। ਤੇ ਜਿਹੜੀਆਂ ਜ਼ਿੰਮੇਵਾਰੀਆਂ ਹੁਣ ਤਾਲਿਬਾਨ ਦੇ ਸਿਰ ਤੇ ਪਈਆਂ ਨੇ ਇਸ ਐਗਰੀਮੈਂਟ ਦੇ ਹਿਸਾਬ ਨਾਲ, ਉਹਨਾਂ ਵਿੱਚੋਂ ਪਹਿਲੀ ਇਹ ਹੈ ਕਿ ਅਲ-ਕਾਇਦਾ ਜਿਹੜਾ ਕਿ ਇੱਕ ਟੈਰਰਿਸਟ ਗਰੁੱਪ ਦੁਨੀਆ ਵਿੱਚ ਜਾਣਿਆ ਜਾਂਦਾ ਹੈ, ਉਸ ਗਰੁੱਪ ਦੀ ਕੋਈ ਵੀ ਗਤੀਵਿਧੀ ਅਫਗਾਨਿਸਤਾਨ ਦੀ ਧਰਤੀ ਤੇ ਨਹੀਂ ਹੋਊਗੀ। ਜਿੰਨਾ ਵੀ ਏਰੀਆ ਤਾਲਿਬਾਨ ਦੀ ਹਕੂਮਤ ਥੱਲੇ ਆਊਗਾ ਉਸ ਏਰੀਆ ਵਿੱਚ ਅਲ-ਕਾਇਦਾ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਨਹੀਂ ਕਰ ਸਕੂਗਾ, ਖਾਸ ਕਰ ਉਸ ਤਰ੍ਹਾਂ ਦੀ ਗਤੀਵਿਧੀ ਤਾਂ ਕਦੀ ਵੀ ਨਹੀਂ ਜਿਹਦੇ ਨਾਲ ਯੂਐਸ ਅਤੇ ਉਸ ਦੇ ਐਲਾਈਜ਼ ਨੂੰ ਕਿਸੇ ਵੀ ਤਰ੍ਹਾਂ ਦਾ ਖਤਰਾ ਹੋਵੇ। ਇਸ ਐਗਰੀਮੈਂਟ ਦਾ ਇੱਕ ਹੋਰ ਬੜਾ ਖਾਸ ਪੁਆਇੰਟ ਹੈ ਕਿ ਦੁਨੀਆ ਦਾ ਕੋਈ ਵੀ ਇਨਸਾਨ ਜੇ ਅਫਗਾਨਿਸਤਾਨ ਦਾ ਰੈਜ਼ੀਡੈਂਟ ਬਣਨਾ ਚਾਹੁੰਦਾ ਹੈ ਤਾਂ ਅਫਗਾਨਿਸਤਾਨ ਦੀ ਸਰਕਾਰ ਉਸ ਨੂੰ ਇੰਟਰਨੈਸ਼ਨਲ ਮਾਈਗ੍ਰੇਸ਼ਨ ਲਾਅ ਦੇ ਮੁਤਾਬਿਕ ਉਸ ਇਨਸਾਨ ਨੂੰ ਆਪਣੇ ਦੇਸ਼ ਦਾ ਰੈਜ਼ੀਡੈਂਟ ਬਣਾਉਣਗੇ। ਤੇ ਰੈਜ਼ੀਡੈਂਟ ਬਣਾਉਂਦਿਆਂ ਇੱਕ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਹੈ ਕਿ ਕਿਤੇ ਜਿਹੜਾ ਐਗਰੀਮੈਂਟ ਫਾਰ ਬ੍ਰਿੰਗਿੰਗ ਪੀਸ ਟੂ ਅਫਗਾਨਿਸਤਾਨ ਹੈ ਉਸ ਦੀ ਵਾਇਓਲੇਸ਼ਨ ਨਾ ਹੋਵੇ। ਕਹਿਣ ਤੋਂ ਮਤਲਬ ਜਿਹੜਾ ਐਗਰੀਮੈਂਟ ਤਾਲਿਬਾਨ ਅਤੇ ਯੂਐਸ ਨੇ ਸਾਈਨ ਕੀਤਾ ਹੈ ਉਸ ਦੀ ਵਾਇਓਲੇਸ਼ਨ ਕਿਸੇ ਵੀ ਪੁਆਇੰਟ ਤੇ ਨਹੀਂ ਹੋਣੀ ਚਾਹੀਦੀ। ਤੇ ਦੋਸਤੋ, ਤਾਲਿਬਾਨ ਹੁਣ ਵੀਜ਼ਾਸ, ਟਰੈਵਲ ਪਰਮਿਟਸ, ਪਾਸਪੋਰਟਸ ਅਤੇ ਹੋਰ ਲੀਗਲ ਡਾਕੂਮੈਂਟਸ ਉਹਨਾਂ ਲੋਕਾਂ ਨੂੰ ਪ੍ਰੋਵਾਈਡ ਨਹੀਂ ਕਰਾ ਸਕਦਾ ਜਿਹੜੇ ਕਿ ਯੂਐਸ ਅਤੇ ਉਸ ਦੇ ਐਲਾਈਜ਼ ਵਾਸਤੇ ਖਤਰਾ ਨੇ। ਸੋ ਕਈ ਤਰ੍ਹਾਂ ਦੀਆਂ ਪਾਬੰਦੀਆਂ ਹੁਣ ਤਾਲਿਬਾਨ ਵਾਸਤੇ ਵੀ ਇਸ ਐਗਰੀਮੈਂਟ ਨੇ ਲਾ ਦਿੱਤੀਆਂ ਨੇ। ਦੋਸਤੋ, ਇਸ ਐਗਰੀਮੈਂਟ ਦੇ ਤੀਜੇ ਹਿੱਸੇ ਦੇ ਮੁਤਾਬਿਕ ਯੂਨਾਈਟਿਡ ਸਟੇਟਸ ਦੀ ਹੁਣ ਜ਼ਿੰਮੇਵਾਰੀ ਹੈ ਕਿ ਯੂਨਾਈਟਿਡ ਨੇਸ਼ਨਸ ਵਿੱਚ ਇਸ ਐਗਰੀਮੈਂਟ ਨੂੰ ਲਿਜਾ ਕੇ ਇਸ ਨੂੰ ਮਾਨਤਾ ਦਿੱਤੀ ਜਾਵੇ ਅਤੇ ਸਮਰਥਨ ਇਸ ਐਗਰੀਮੈਂਟ ਦਾ ਕੀਤਾ ਜਾਵੇ। ਤੇ ਆਉਣ ਵਾਲੇ ਸਮੇਂ ਦੇ ਵਿੱਚ ਤਾਲਿਬਾਨ ਅਤੇ ਯੂਐਸ ਇੱਕ ਦੂਜੇ ਨਾਲ ਪੋਜ਼ਿਟਿਵ ਰਿਲੇਸ਼ਨਸ ਰੱਖਣ ਵਾਸਤੇ ਕਦਮ ਚੁੱਕਣ। ਅਤੇ ਤਾਲਿਬਾਨ ਨੂੰ ਵੀ ਕਿਹਾ ਗਿਆ ਹੈ ਕਿ ਤੁਸੀਂ ਪੁਰਾਣੀ ਅਫਗਾਨ ਸਰਕਾਰ ਨਾਲ ਟੇਬਲ ਟਾਕਸ ਕਰਨੀਆਂ ਸ਼ੁਰੂ ਕਰੋ ਤਾਂ ਕਿ ਸਾਰੇ ਅਫਗਾਨਿਸਤਾਨ ਵਿੱਚ ਇੱਕ ਸ਼ਾਂਤੀ ਦਾ ਮਾਹੌਲ ਬਣ ਸਕੇ। ਦੋਸਤੋ, ਇਸ ਐਗਰੀਮੈਂਟ ਦਾ ਦਿਨ 29 ਫਰਵਰੀ 2020 ਸੀ ਤੇ ਜੇਕਰ ਅਸੀਂ ਉਹਦੇ ਵਿੱਚ 14 ਮਹੀਨੇ ਐਡ ਕਰ ਦਈਏ ਤਾਂ ਮਈ 1, 2021 ਨੂੰ ਅਮਰੀਕਾ ਨੂੰ ਆਪਣੀ ਸਾਰੀ ਫੌਜ ਦਾ ਵਿਡਰਾਅਲ ਕੰਪਲੀਟ ਕਰ ਲੈਣਾ ਚਾਹੀਦਾ ਸੀ, ਪਰ ਇਸ ਤਰ੍ਹਾਂ ਨਹੀਂ ਹੋਇਆ। BBC ਦੇ ਇੰਟਰਵਿਊ ਵਿੱਚ ਤਾਲਿਬਾਨ ਦੇ ਆਫੀਸ਼ੀਅਲ ਸਪੋਕਸਪਰਸਨ ਸੁਹੇਲ ਸ਼ਾਹੀਨ ਦਾ ਕਹਿਣਾ ਹੈ ਕਿ 31 ਅਗਸਤ ਤੱਕ ਜੇਕਰ ਅਮਰੀਕਾ ਆਪਣੀ ਸਾਰੀ ਫੌਜ ਦਾ ਵਿਡਰਾਅਲ ਪੂਰਾ ਨਹੀਂ ਕਰਦਾ ਤਾਂ ਉਹਦੇ ਕਈ ਕਨਸੀਕੁਐਂਸਸ ਅਮਰੀਕਾ ਨੂੰ ਫੇਸ ਕਰਨੇ ਪਊਗੇ। ਤੇ ਹੁਣ ਕਿਹੜੇ ਕਨਸੀਕੁਐਂਸਸ ਦੀ ਸੁਹੇਲ ਸ਼ਾਹੀਨ ਗੱਲ ਕਰ ਰਹੇ ਨੇ ਇਹ ਤਾਂ ਰੱਬ ਹੀ ਜਾਣੇ। ਦੋਸਤੋ, ਕੁਝ ਦਿਨ ਪਹਿਲਾਂ ਅਸੀਂ ਇੱਕ ਵੀਡੀਓ ਦੇਖੀ ਸੀ ਜਿਸ ਵਿੱਚ ਲੋਕ ਭੱਜ ਕੇ ਜਹਾਜ਼ ਵਿੱਚ ਚੜ ਰਹੇ ਸੀ ਤੇ ਕਈ ਤਾਂ ਜਹਾਜ਼ ਤੋਂ ਡਿੱਗ ਵੀ ਪਏ ਸੀ ਤੇ ਉਹ ਚਾਹੁੰਦੇ ਸੀ ਕਿ ਅਫਗਾਨਿਸਤਾਨ ਨੂੰ ਛੱਡ ਕੇ ਉਹ ਬਾਹਰਲੇ ਕਿਸੇ ਦੇਸ਼ ਵਿੱਚ ਜਾ ਕੇ ਬਸ ਜਾਣ। ਤਾਲਿਬਾਨ ਦੇ ਆਫੀਸ਼ੀਅਲ ਸਪੋਕਸਪਰਸਨ ਨੇ ਕਿਹਾ ਕਿ ਇਸ ਤਰ੍ਹਾਂ ਉਹ ਲੋਕ ਨਾ ਕਰਨ। ਅਸੀਂ ਚਾਹੁੰਦੇ ਹਾਂ ਕਿ ਉਹ ਲੋਕ ਅਫਗਾਨਿਸਤਾਨ ਵਿੱਚ ਰਹਿ ਕੇ ਅਫਗਾਨਿਸਤਾਨ ਦੀ ਤਰੱਕੀ ਵਿੱਚ ਪਾਰਟਿਸਿਪੇਟ ਕਰਨ। ਤਾਂ ਦੋਸਤੋ, ਬੜੀ ਕਮਾਲ ਦੀ ਗੱਲ ਹੈ ਕਿ ਜਿਹੜੇ ਤਾਲਿਬਾਨ ਨੂੰ ਸਾਰੀ ਦੁਨੀਆ ਅੱਤਵਾਦੀ ਸੰਗਠਨ ਦੇ ਨਾਮ ਤੋਂ ਜਾਣਦੀ ਸੀ, ਉਹ ਸੰਗਠਨ ਅੱਜ ਮਨੁੱਖੀ ਅਧਿਕਾਰਾਂ ਦੀ, ਔਰਤਾਂ ਦੇ ਹੱਕਾਂ ਦੀ ਤੇ ਇਸ ਤੋਂ ਅਲੱਗ ਉਹ ਜਿਉਣ ਦੇ ਹੱਕ ਦੀ ਗੱਲ ਕਰ ਰਿਹਾ ਹੈ। ਬਹੁਤ ਹੈਰਾਨੀ ਹੁੰਦੀ ਆ ਉਹਨਾਂ ਦੇ ਅਜਿਹੇ ਬਿਆਨ ਸੁਣ ਕੇ, ਲੇਕਿਨ ਖੁਸ਼ੀ ਵੀ ਹੁੰਦੀ ਹੈ ਕਿ ਸ਼ਾਇਦ ਇਹ ਡਿਵੈਲਪ ਹੋ ਗਏ ਹੁਣ। ਪਰ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਤਾਲਿਬਾਨ ਆਪਣੇ ਅੱਜ ਦੇ ਬਿਆਨਾਂ ਤੇ ਕਿੰਨਾ ਕੁ ਕਾਇਮ ਰਹਿੰਦਾ ਹੈ, ਕਿ ਉਹ ਇਹ ਬਿਆਨ ਸੱਚਮੁੱਚ ਸੀਰੀਅਸਲੀ ਦੇ ਰਿਹਾ ਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਬਿਆਨਾਂ ਤੇ ਪਹਿਰਾ ਵੀ ਦਊਗਾ ਜਾਂ ਫਿਰ ਸਿਰਫ ਦਿਖਾਵੇ ਲਈ, ਬਿਆਨਬਾਜ਼ੀਆਂ ਲਈ, ਸਿਰਫ ਸ਼ੋਅ ਲਈ ਆਪਣੇ ਆਪ ਨੂੰ ਸੈਕੂਲਰ ਤੇ ਲਿਬਰਲ ਦਿਖਾ ਰਿਹਾ ਹੈ। ਇਹ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਚੱਲੂਗਾ। ਦੋਸਤੋ, ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਜੇਕਰ ਹੁਣ ਤਾਲਿਬਾਨ ਨੇ ਆਪਣੀ ਸੱਤਾ ਕਾਇਮ ਕਰ ਹੀ ਲਈ ਹੈ ਤਾਂ ਉਹ ਲੋਕਾਂ ਨੂੰ ਅਜਿਹਾ ਰਾਜ ਦੇਵੇ ਜਿਹਦੇ ਵਿੱਚ ਲੋਕ ਸੁੱਖ ਸ਼ਾਂਤੀ ਨਾਲ ਰਹਿ ਸਕਣ, ਪੜ੍ਹਾਈ ਕਰ ਸਕਣ, ਜਿਹਦੇ ਵਿੱਚ ਹਰ ਇਨਸਾਨ ਨੂੰ ਜਿਉਣ ਦਾ ਹੱਕ ਹੋਵੇ ਤੇ ਅਸਲ ਮਾਇਨੇ ਵਿੱਚ ਹਰ ਇਨਸਾਨ ਆਜ਼ਾਦੀ ਦਾ ਨਜ਼ਾਰਾ ਲੈ ਸਕੇ। ਜੇਕਰ ਉਹੀ ਪਹਿਲਾਂ ਵਾਲੇ ਕੰਮ ਕਰਨੇ ਆ, ਧਾਰਮਿਕ ਕੱਟੜਤਾ ਦੇ ਨਾਲ ਰਾਜ ਕਰਨਾ ਆ, ਫਿਰ ਉਹਨਾਂ ਦਾ ਇਹ ਰਾਜ ਦੁਬਾਰਾ ਤੋਂ ਬਹੁਤਾ ਚਿਰ ਨਹੀਂ ਚੱਲਣਾ। ਪਹਿਲਾਂ ਵੀ ਕੁਝ ਕੁ ਸਾਲ ਚੱਲਿਆ ਸੀ ਤੇ ਹੁਣ ਵਾਲਾ ਵੀ ਕੁਝ ਕੁ ਸਾਲ ਹੀ ਚੱਲੂਗਾ। ਸੋ ਅਸੀਂ ਆਸ ਕਰਦੇ ਹਾਂ ਕਿ ਇਸ ਦੁਨੀਆ ਵਿੱਚ ਸ਼ਾਂਤੀ ਬਣੀ ਰਵੇ ਤੇ ਸਾਰੇ ਅਮਨ ਚੈਨ ਤੇ ਪਿਆਰ ਦੇ ਨਾਲ ਰਹਿਣ। ਸੋ ਦੋਸਤੋ, ਇਸ ਵੀਡੀਓ ਵਿੱਚ ਅਸੀਂ ਮੁੱਖ ਤੌਰ ਤੇ ਦੋ ਗੱਲਾਂ ਕੀਤੀਆਂ, ਅਫਗਾਨਿਸਤਾਨ ਵਿੱਚ ਜਿਹੜੇ ਹਾਲਾਤ ਚੱਲ ਰਹੇ ਨੇ ਉਹਨਾਂ ਬਾਰੇ ਤੇ ਤਾਲਿਬਾਨ ਅਤੇ ਯੂਐਸ ਦੇ ਵਿੱਚ ਜਿਹੜਾ ਐਗਰੀਮੈਂਟ ਹੋਇਆ ਜਿਸ ਨੂੰ ਕਿ ਐਗਰੀਮੈਂਟ ਫਾਰ ਬ੍ਰਿੰਗਿੰਗ ਪੀਸ ਟੂ ਅਫਗਾਨਿਸਤਾਨ ਕਿਹਾ ਜਾਂਦਾ ਹੈ ਉਸ ਦੇ ਬਾਰੇ। ਸੋ ਜੇ ਤੁਹਾਨੂੰ ਇਹ ਵੀਡੀਓ ਇਨਫੋਰਮੇਟਿਵ ਲੱਗੀ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰਿਓ। ਸਾਡੇ ਚੈਨਲ ਨੂੰ ਸਪੋਰਟ ਕਰਨ ਵਾਸਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤੇ ਹੁਣ ਦਿਓ ਇਜਾਜ਼ਤ, ਅਸੀਂ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ।